ਹੈਲੋ ਪਿਆਰੇ ਬੱਚਿਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਮਾਤ ਪੰਜਵੀਂ ਦੇ ਸਮੂਹ ਵਿਦਿਆਰਥੀਆਂ ਦਾ ਮੈਂ ਆਪਣੇ ਚੈਨਲ ਆਈ ਥਿੰਕ 'ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਜੀ। ਪੜ੍ਹੋ ਸਾਰੇ, ਵਧੋ ਸਾਰੇ। ਜਦੋਂ ਅਸੀਂ ਪੜ੍ਹਾਂਗੇ ਬੇਟਾ, ਉਦੋਂ ਅਸੀਂ ਵਧਾਂਗੇ, ਮਤਲਬ ਕਿ ਵਿਕਾਸ ਕਰਾਂਗੇ, ਆਪਣੀਆਂ ਮੰਜ਼ਿਲਾਂ ਵੱਲ ਪਹੁੰਚਾਂਗੇ। ਜ਼ਿੰਦਗੀ ਦੇ ਟੇਢੇ ਮੇਢੇ ਰਸਤਿਆਂ ਤੋਂ ਗੁਜ਼ਰਦੇ ਹੋਏ ਅਸੀਂ ਆਪਣੀਆਂ ਨਿਰਧਾਰਤ ਮੰਜ਼ਿਲਾਂ ਉੱਤੇ ਪਹੁੰਚਾਂਗੇ। ਇਹ ਤਾਂ ਹੀ ਸੰਭਵ ਹੈ ਬੱਚਿਓ, ਜੇਕਰ ਅਸੀਂ ਦ੍ਰਿੜਤਾ ਨਾਲ, ਸੁਹਿਰਦਤਾ ਦੇ ਨਾਲ, ਲਗਾਤਾਰਤਾ ਦੇ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਪੜ੍ਹਾਈ ਨੂੰ ਨਿਰੰਤਰ ਜਾਰੀ ਰੱਖ ਕੇ, ਮਾਧਿਅਮ ਬਣਾ ਕੇ ਅੱਗੇ ਤੁਰਦੇ ਰਹਾਂਗੇ ਤਾਂ ਆਪਣੇ ਆਪ ਹੀ ਸਾਡੀਆਂ ਮੰਜ਼ਿਲਾਂ ਜਿਹੜੀਆਂ ਨੇ ਆਸਾਨ ਹੋ ਜਾਣਗੀਆਂ। ਪਿਆਰੇ ਬੱਚੇ, ਅਰਦਾਸ ਕਰਦਾ ਹਾਂ ਪਰਮਾਤਮਾ ਪਾਸੋਂ ਕਿ ਤੁਸੀਂ ਬਿਲਕੁਲ ਸਹੀ ਅਤੇ ਠੀਕ ਠਾਕ ਸਵੱਛ ਜੀਵਨ ਬਤੀਤ ਕਰ ਰਹੇ ਹੋਗੇ, ਪੜ੍ਹਾਈ ਕਰ ਰਹੇ ਹੋਗੇ। ਅਧਿਆਪਕਾਂ ਦਾ ਅਤੇ ਮਾਪਿਆਂ ਦਾ ਕਹਿਣਾ ਮੰਨ ਕੇ ਜਿੱਥੇ ਸੋਸ਼ਲ ਡਿਸਟੈਂਸ ਦੀ ਪਾਲਣਾ ਕਰ ਰਹੇ ਹੋਗੇ, ਉੱਥੇ ਨਾਲ ਹੀ ਆਪਣੇ ਹੱਥਾਂ ਨੂੰ ਲਗਾਤਾਰ ਜਿਹੜਾ ਹੈ ਸਾਫ਼ ਕਰਕੇ, ਮਾਸਕ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਬਚਾ ਰਹੇ ਹੋਗੇ, ਆਪਣੇ ਆਪ ਦਾ ਬਚਾਅ ਕਰ ਰਹੇ ਹੋਗੇ। ਉੱਥੇ ਨਾਲ ਹੀ ਭੈਣ ਭਰਾਵਾਂ ਦਾ, ਦੋਸਤਾਂ ਮਿੱਤਰਾਂ ਦਾ, ਰਿਸ਼ਤੇਦਾਰਾਂ ਦਾ ਵੀ ਧਿਆਨ ਰੱਖ ਰਹੇ ਹੋਗੇ, ਉਹਨਾਂ ਨੂੰ ਸਮਝਾ ਰਹੇ ਹੋਗੇ। ਪਿਆਰੇ ਬੱਚਿਓ, ਸਵਾਗਤ ਜ਼ਿੰਦਗੀ ਦੇ ਇਸ ਵੀਡੀਓ ਵਿੱਚ ਅੱਜ ਅਸੀਂ ਪਿਛਲੇ ਵੀਡੀਓ ਤੋਂ ਅੱਗੇ ਚੱਲਾਂਗੇ। ਪਿਛਲੇ ਵੀਡੀਓ ਦੇ ਵਿੱਚ ਅਸੀਂ ਮਾਈਂਡ ਮੈਪਿੰਗ ਕੀਤਾ ਸੀ ਕਿ ਸਫਾਈ ਦਾ ਸੰਬੰਧ ਸਭ ਤੋਂ ਪਹਿਲਾਂ ਸਾਡੇ ਆਪਣੇ ਨਾਲ ਹੁੰਦਾ ਹੈ, ਉਸ ਤੋਂ ਬਾਅਦ ਜਿਹੜਾ ਸੰਬੰਧ ਹੈ ਉਹ ਅੱਗੇ ਤੁਰਦਾ ਹੈ। ਕਹਿਣ ਦਾ ਭਾਵ ਆਪਣੇ ਆਪ ਦੀ ਸਫਾਈ, ਫਿਰ ਉਸ ਤੋਂ ਬਾਅਦ ਘਰ ਦੀ, ਆਲੇ ਦੁਆਲੇ ਦੀ, ਸਕੂਲ ਦੀ, ਸੰਸਥਾ ਦੀ, ਸਕੂਲ, ਉਸ ਤੋਂ ਬਾਅਦ ਪਿੰਡ ਦੀ। ਇਹ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ ਆਪਣੇ ਆਪ ਦੀ ਸਫਾਈ ਹੋਣੀ ਜ਼ਰੂਰੀ ਹੈ। ਅਸੀਂ ਚਾਰਟ ਵਿੱਚ ਪੜ੍ਹਿਆ ਸੀ, ਮਾਈਂਡ ਮੈਪਿੰਗ ਵਿੱਚ ਪੜ੍ਹਿਆ ਸੀ। ਅੱਜ ਅਸੀਂ ਇਸ ਮਾਈਂਡ ਮੈਪਿੰਗ ਤੋਂ ਅੱਗੇ ਜਾਣਾ ਹੈ। ਇੱਥੋਂ ਅਸੀਂ ਸ਼ੁਰੂ ਕਰਨਾ ਹੈ। ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਮੈਂ ਤਾਕੀਦ ਕਰਾਂਗਾ ਕਿ ਕੋਈ ਵੀ ਵੀਡੀਓ ਮਿਸ ਨਾ ਕਰਿਆ ਕਰੋ ਬੱਚੇ, ਕਿਉਂਕਿ ਹਰ ਵੀਡੀਓ ਦਾ ਆਪਣਾ ਇੱਕ ਮਕਸਦ ਹੈ, ਹਰ ਵਿਸ਼ੇ ਦਾ ਆਪਣਾ ਇੱਕ ਮਕਸਦ ਹੈ। ਜਿਹੜੀ ਗੱਲ ਕਰਵਾਈ ਜਾ ਚੁੱਕੀ ਹੈ ਉਸ ਨੂੰ ਦੁਬਾਰਾ ਕਰਾਉਣਾ ਅਸੰਭਵ ਹੁੰਦਾ ਹੈ, ਕਿਉਂਕਿ ਸਿਲੇਬਸ ਨੂੰ ਕਵਰ ਕਰਨਾ, ਤੁਹਾਡੇ ਤੱਕ ਪਹੁੰਚਣਾ, ਤੁਹਾਨੂੰ ਮਿਹਨਤ ਕਰਾਉਣਾ, ਪੜ੍ਹਾਉਣਾ ਔਰ ਕੰਮ ਕਰਾਉਣਾ ਨਾਲ ਨਾਲ ਜਿੱਥੇ ਆਸਾਨ ਨਹੀਂ ਹੈ ਉੱਥੇ ਕਾਫੀ ਸਮਾਂ ਵੀ ਮੰਗਦਾ ਹੈ। ਸੋ ਹਰ ਵੀਡੀਓ ਨੂੰ ਦੇਖ ਕੇ ਤੁਸੀਂ ਅੱਗੇ ਵਧਣਾ ਹੈ। ਕੋਈ ਵੀਡੀਓ ਸਕਿਪ ਨਹੀਂ ਕਰਨੀ, ਕੋਈ ਵੀਡੀਓ ਜਿਹੜੀ ਛੱਡਣੀ ਨਹੀਂ ਹੈ। ਆਪਣੇ ਅਧਿਆਪਕ ਸਾਥੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਣੇ ਪੰਜਵੀਂ ਦੇ ਸਮੂਹ ਵਿਦਿਆਰਥੀਆਂ ਤੱਕ ਹਰ ਵੀਡੀਓ ਪਹੁੰਚਾਉਣਾ ਤੁਹਾਡਾ ਨੈਤਿਕ ਫਰਜ਼ ਹੈ ਜੀ, ਕਿਉਂਕਿ ਕੋਈ ਵੀ ਕੰਟੈਂਟ ਤੁਹਾਨੂੰ ਕਿਤੇ ਵੀ ਮਿਲਦਾ ਹੈ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਉਹ ਸਿਲੇਬਸ ਤੋਂ ਪਿੱਛੇ ਨਾ ਰਹਿਣ। ਆਓ ਬੱਚਿਓ, ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਅੱਜ ਅਸੀਂ ਕਰਾਂਗੇ ਹੱਥ ਧੋਵੋ, ਬੇਫਿਕਰ ਰਹੋ। ਅੱਛਾ ਬੇਟਾ, ਬੇਫਿਕਰ ਕਿੱਥੋਂ ਰਹਿਣਾ? ਬਿਮਾਰੀਆਂ ਤੋਂ, ਆਉਣ ਵਾਲੇ ਸਮੇਂ ਤੋਂ, ਜਿਹੜੀਆਂ ਸਾਨੂੰ ਘਾਤਕ ਹੋ ਕੇ ਅੱਜ ਬੜਾ ਬੁਰਾ ਵਕਤ ਦਿਖਾ ਰਹੀਆਂ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕੋਵਿਡ-19 ਦੀ ਗੱਲ ਕਰ ਰਿਹਾ ਔਰ ਇੱਥੇ ਹੱਥ ਧੋਣ ਦੀ ਗੱਲ ਕੀਤੀ ਗਈ ਹੈ ਤਾਂ ਆਪਣੇ ਆਪ ਹੀ ਉਸ ਬਿਮਾਰੀ ਨਾਲ ਜੁੜ ਜਾਂਦਾ ਹੈ। ਜ਼ਰੂਰੀ ਨਹੀਂ ਕਿ ਕੋਵਿਡ-19 ਕਰਕੇ ਹੱਥ ਧੋਣੇ ਹਨ। ਹੋਰ ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਨੇ ਜਿਹੜੀਆਂ ਅਸੀਂ ਹੱਥਾਂ ਨੂੰ ਲਗਾਤਾਰ ਸਾਫ਼ ਕਰਕੇ ਉਹਨਾਂ ਤੋਂ ਬਚਾਅ ਕਰ ਸਕਦੇ ਹਾਂ। ਔਰ ਹੱਥ ਧੋਣ ਦੇ ਤਰੀਕੇ ਬੜੀ ਵਾਰ ਤੁਹਾਨੂੰ ਸਕੂਲ 'ਚ ਦੱਸੇ ਗਏ ਸੀ ਕਿ ਸਭ ਤੋਂ ਪਹਿਲਾਂ ਤਲੀਆਂ ਸਾਹਮਣੇ ਪਾਸਿਓਂ ਰਗੜਨੀਆਂ ਨੇ, ਫਿਰ ਉਂਗਲਾਂ ਦੇ ਵਿੱਚ ਉਂਗਲਾਂ ਫਸਾ ਕੇ ਉਹਨਾਂ ਨੂੰ ਸਾਫ਼ ਕਰਨਾ ਹੈ, ਰਗੜਨਾ ਹੈ। ਕਲਾਈਆਂ ਤੋਂ ਉੱਪਰ ਤੱਕ ਹੱਥਾਂ ਨੂੰ ਧੋਣਾ ਹੈ, ਕਿਉਂਕਿ ਕੀਟਾਣੂ ਜ਼ਰੂਰੀ ਨਹੀਂ ਹੱਥਾਂ ਤੱਕ ਹੀ ਹੋਣ। ਜਿਹੜੇ ਸਾਡੇ ਗੁੱਟ ਨੇ ਉਹਨਾਂ ਤੋਂ ਉੱਪਰ ਤੱਕ ਹੱਥਾਂ ਨੂੰ ਕੋਸ਼ਿਸ਼ ਕਰਨੀ ਹੈ ਧੋਣ ਦੀ। ਹੁਣ ਹੱਥ ਬੇਟਾ ਕਦੋਂ ਕਦੋਂ ਧੋਤੇ ਜਾਣ, ਇਹ ਬੜੇ ਵਿਸਥਾਰ ਨਾਲ ਇੱਥੇ ਦੱਸਿਆ ਗਿਆ। ਸਭ ਤੋਂ ਪਹਿਲਾਂ ਖਾਣਾ ਪਕਾਉਣ ਅਤੇ ਖਾਣ ਤੋਂ ਪਹਿਲਾਂ, ਜਿਵੇਂ ਮੈਂ ਹਰ ਵਾਰੀ ਦੱਸਦਾ ਕਿ ਕੁਛ ਵੀ ਖਾਣ ਤੋਂ ਪਹਿਲਾਂ ਸਾਨੂੰ ਹੱਥਾਂ ਨੂੰ ਸੈਨੀਟਾਈਜ਼ ਜਾਂ ਸਾਫ਼ ਕਰਨਾ ਬੜਾ ਜ਼ਰੂਰੀ ਹੈ। ਉਸ ਤੋਂ ਬਾਅਦ ਨੱਕ ਸਾਫ਼ ਕਰਨ ਤੋਂ ਬਾਅਦ, ਕਿਉਂਕਿ ਤੁਸੀਂ ਬੱਚੇ ਹੋ, ਅਣਚਾਹੇ ਤੁਹਾਡੇ ਘਰ ਦੇ ਛੋਟੇ ਭੈਣ ਭਰਾ ਤੁਹਾਡੇ ਹੋਣਗੇ, ਉਹ ਵੀ ਅਣਚਾਹੇ ਆਪਣੇ ਨੱਕ ਵਿੱਚ ਉਂਗਲ ਜਾਂ ਨੱਕ ਉੱਤੇ ਹੱਥ ਲਾਉਂਦੇ ਨੇ, ਤਾਂ ਉਸ ਤੋਂ ਬਾਅਦ ਹੱਥਾਂ ਨੂੰ ਸਾਫ਼ ਕਰਨਾ ਕਦੀ ਨਾ ਭੁੱਲੋ। ਉਸ ਤੋਂ ਬਾਅਦ ਜਦੋਂ ਤੁਸੀਂ ਲੈਟਰਿਨ ਜਾਂਦੇ ਹੋ, ਪਖਾਨਾ ਜਾਂਦੇ ਹੋ,
ਉਸ ਤੋਂ ਬਾਅਦ ਤਾਂ ਹੱਥ ਧੋਣੇ ਹੋਰ ਵੀ ਜ਼ਰੂਰੀ ਹੋ ਜਾਂਦੇ ਨੇ, ਕਿਉਂਕਿ ਬਹੁਤ ਸਾਰੇ ਕੀਟਾਣੂ ਸਾਡੇ ਨਾਲ ਆਉਂਦੇ ਨੇ ਜਿਹੜੇ ਕਿ ਹੱਥਾਂ ਦੀਆਂ ਉਂਗਲਾਂ ਦੇ ਨਹੁੰ ਵਿੱਚ ਫਸੇ ਰਹਿ ਜਾਂਦੇ ਨੇ। ਉਹਨਾਂ ਨੂੰ ਸਾਫ਼ ਕਰਨ ਵਾਸਤੇ ਖੁੱਲ੍ਹੇ ਪਾਣੀ ਨਾਲ ਧੋਣਾ, ਸਾਬਣ ਨਾਲ ਧੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਕੋਈ ਵੀ ਅਸੀਂ ਚੀਜ਼ ਛੂਹਦੇ ਹਾਂ, ਬੇਸ਼ੱਕ ਕੱਚਾ ਭੋਜਨ ਹੋਵੇ ਜਾਂ ਕੋਈ ਕੱਪੜਾ ਹੋਵੇ, ਕੋਈ ਵੀ ਵਸਤੂ ਆਬਜੈਕਟ ਹੋਵੇ ਜਿਸ ਨੂੰ ਅਸੀਂ ਛੂਹ ਲੈਂਦੇ ਹਾਂ, ਅੱਜ ਦੇ ਸਮੇਂ ਵਿੱਚ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇੱਕ ਨਿਯਮ ਬਣਾ ਲਓ ਬੱਚੇ, ਕੋਈ ਵੀ ਚੀਜ਼ ਤੁਸੀਂ ਬਾਹਰੋਂ ਲੈ ਕੇ ਆਉਂਦੇ ਹੋ ਤਾਂ ਉਸ ਨੂੰ ਜਦੋਂ ਛੂਹ ਲੈਂਦੇ ਹੋ ਤਾਂ ਹਮੇਸ਼ਾ ਦਿਮਾਗ 'ਚ ਰੱਖੋ ਕਿ ਮੈਂ ਕੀਟਾਣੂ ਫੜ ਲਏ ਨੇ। ਜਦੋਂ ਤੁਹਾਡੇ ਦਿਮਾਗ 'ਚ ਇਹ ਗੱਲ ਹਮੇਸ਼ਾ ਰਹੇਗੀ ਤਾਂ ਆਪਣੇ ਆਪ ਹੀ ਤੁਸੀਂ ਹੱਥਾਂ ਨੂੰ ਧੋਣ ਦੀ ਪਿਰਤ ਪਾ ਲਓਗੇ, ਕਿਉਂਕਿ ਦਿਮਾਗ ਦੇ ਵਿੱਚ ਇਹ ਗੱਲ ਹਮੇਸ਼ਾ ਘਰ ਕਰਨੀ ਚਾਹੀਦੀ ਹੈ ਕਿ ਕੋਈ ਵੀ ਆਬਜੈਕਟ ਅਸੀਂ ਬਾਹਰੋਂ ਲਿਆਉਂਦੇ ਹਾਂ ਤਾਂ ਉਹਦੇ ਨਾਲ ਮਣਾ ਮੋਹੀ ਕੀਟਾਣੂ ਜਿਹੜੇ ਨੇ ਉਹ ਸਾਡੇ ਹੱਥਾਂ ਨੂੰ ਜਿਹੜੇ ਨੇ ਲੱਗ ਗਏ ਹੁੰਦੇ ਨੇ। ਉਸ ਤੋਂ ਬਾਅਦ ਹੁਣ ਇੱਕ ਕਿਰਿਆ ਹੈ, ਇਹ ਬੜੀ ਸੌਖੀ ਕਿਰਿਆ ਹੈ, ਮੇਰੇ ਖਿਆਲ ਇਹਨੂੰ ਕਰਾਉਣ ਦੀ ਲੋੜ ਨਹੀਂ, ਸਾਰੇ ਬੱਚਿਆਂ ਨੂੰ ਪਤਾ ਹੈ, ਪੰਜਵੀਂ ਦੇ ਬੜੇ ਸਿਆਣੇ ਬੱਚੇ ਨੇ ਕਿ ਦੰਦ ਜਿਹੜੇ ਨੇ ਖਰਾਬ ਹੋਣ ਦੇ ਕੀ ਕਾਰਨ ਹੁੰਦੇ ਨੇ। ਉਹਨਾਂ ਨੇ 4 ਕਾਰਨ ਪੁੱਛੇ ਨੇ, ਤੁਸੀਂ ਦੱਸ ਸਕਦੇ ਹੋ। ਸਫਾਈ ਨਾ ਹੋਣਾ, ਠੀਕ ਹੈ ਬੇਟਾ, ਅਸੀਂ ਅਕਸਰ ਦੰਦਾਂ ਦੀ ਸਫਾਈ ਨਹੀਂ ਕਰਦੇ, ਬਰੱਸ਼ ਨਹੀਂ ਕਰਦੇ। ਇਸ ਤੋਂ ਬਾਅਦ ਅਸੀਂ ਜ਼ਿਆਦਾ ਮਿੱਠੇ ਵਾਲੀਆਂ ਚੋਕਲੇਟ ਵਗੈਰਾ ਚੀਜ਼ਾਂ ਖਾਂਦੇ ਹਾਂ, ਉਹਦੇ ਕਰਕੇ ਵੀ ਦੰਦਾਂ 'ਚ ਪਲਾਕ ਜੰਮ ਜਾਂਦੀ ਹੈ। ਜਿੱਥੇ ਵੀ ਦੰਦਾਂ ਵਿੱਚ ਕੀਟਾਣੂ ਫਸ ਜਾਂਦੇ ਨੇ, ਮਿੱਠਾ ਫਸ ਜਾਂਦਾ ਹੈ, ਮਿੱਠੀ ਚੀਜ਼ ਫਸ ਜਾਂਦੀ ਹੈ ਜਾਂ ਖਾਣਾ ਫਸ ਜਾਂਦਾ ਹੈ, ਅਗਰ ਉਹ ਸਾਰੀ ਰਾਤ ਉੱਥੇ ਰਹਿ ਗਿਆ ਤਾਂ ਉਹਦੇ ਵਿੱਚ ਜਿਹੜੇ ਨੇ ਬੈਕਟੀਰੀਆ ਪਨਪ ਜਾਂਦੇ ਨੇ ਔਰ ਹੌਲੀ ਹੌਲੀ ਜਿਹੜਾ ਹੈ ਦੰਦਾਂ ਨੂੰ ਸਾੜਨਾ ਸ਼ੁਰੂ ਕਰ ਦਿੰਦੇ ਨੇ। ਤੀਸਰਾ ਕਾਰਨ ਬੱਚਿਓ, ਅਸੀਂ ਦੰਦਾਂ ਨੂੰ ਸਾਫ਼ ਤਾਂ ਨਹੀਂ ਕਰਦੇ, ਇਹ ਤਾਂ ਹੁਣ ਤਾਂ ਹੀ ਹੈ, ਸਹੀ ਤਰੀਕੇ ਨਾਲ ਸਾਫ਼ ਨਹੀਂ ਕਰਦੇ। ਅਸੀਂ ਦੰਦਾਂ ਨੂੰ ਬਿਲਕੁਲ ਖੱਬੇ ਸੱਜੇ ਬਰੱਸ਼ ਮਾਰਦੇ ਹਾਂ, ਹਾਲਾਂਕਿ ਉੱਪਰ ਤੋਂ ਥੱਲੇ ਨੂੰ ਬਰੱਸ਼ ਮਾਰਨਾ ਚਾਹੀਦਾ ਹੈ। ਦੰਦਾਂ ਨੂੰ ਸਹੀ ਸਾਫ਼ ਨਾ ਕਰਨਾ ਵੀ ਇੱਕ ਤਰ੍ਹਾਂ ਨਾਲ ਦੰਦਾਂ ਨੂੰ ਖਰਾਬ ਕਰਨਾ ਹੀ ਹੁੰਦਾ ਹੈ, ਕਿਉਂਕਿ ਜਿਹੜੇ ਗਮਸ ਨੇ, ਮਸੂੜੇ ਨੇ, ਉਹ ਹਮੇਸ਼ਾ ਉੱਪਰ ਤੋਂ ਥੱਲੇ ਵੱਲ ਨੂੰ ਹੁੰਦੇ ਨੇ। ਇਸ ਕਰਕੇ ਬਰੱਸ਼ ਵੀ ਉਸੇ ਹੀ ਸਟਾਈਲ ਦੇ ਵਿੱਚ, ਉਸੇ ਹੀ ਵਿਧੀ ਨਾਲ ਜਿਸ ਤਰ੍ਹਾਂ ਕਿ ਮਸੂੜੇ ਨੇ, ਗਮਸ ਨੇ, ਉਸੇ ਤਰ੍ਹਾਂ ਹੀ ਬਰੱਸ਼ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ। ਚੌਥਾ ਜਿਹੜੀ ਗਲਤ ਗੱਲ ਹੈ ਜਿੱਥੋਂ ਦੰਦ ਖਰਾਬ ਹੋ ਜਾਂਦੇ ਨੇ ਉਹ ਹੈ ਕਿ ਜਦੋਂ ਅਸੀਂ ਆਪਣੇ ਦੰਦਾਂ ਨੂੰ ਟੁੱਟਣ ਤੋਂ ਬਾਅਦ ਹਮੇਸ਼ਾ ਪਪੂਲਦੇ ਰਹਿੰਦੇ ਹਾਂ, ਜੀਭ ਲਗਾਉਂਦੇ ਹਾਂ, ਦੰਦ ਵਿੰਗੇ ਹੋ ਜਾਂਦੇ ਨੇ ਔਰ ਅਸੀਂ ਹਮੇਸ਼ਾ ਕੁਛ ਨਾ ਕੁਛ ਗੰਦੀ ਚੀਜ਼ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਉਸ ਨੂੰ ਮੂੰਹ ਵਿੱਚ ਰੱਖਦੇ ਹਾਂ, ਜਿਵੇਂ ਧਾਗਾ, ਰਬੜ ਜਾਂ ਕੋਈ ਇਹੋ ਜਿਹੀ ਵਸਤੂ ਜਿਹੜੀ ਕਿ ਸਾਨੂੰ ਮੂੰਹ ਵਿੱਚ ਨਹੀਂ ਪਾਉਣੀ ਚਾਹੀਦੀ। ਇਹ ਕੁਛ ਇਹੋ ਜਿਹੀਆਂ ਆਦਤਾਂ ਨੇ ਜਿਹੜੀਆਂ ਦੰਦਾਂ ਨੂੰ ਖਰਾਬ ਕਰਦੀਆਂ ਨੇ। ਇਹਨਾਂ ਗੱਲਾਂ ਦਾ ਬੱਚਿਓ ਤੁਸੀਂ ਧਿਆਨ ਰੱਖਣਾ, ਇੱਥੇ ਲਿਖ ਵੀ ਸਕਦੇ ਹੋ। ਇਸ ਤੋਂ ਅੱਗੇ ਇਹ ਕਿਰਿਆ ਜਿਹੜੀ ਹੈ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਸ਼ੁਰੂ ਦੇ ਵਿੱਚ ਕਿ ਹੱਥਾਂ ਨੂੰ ਪਾਊਡਰ ਲਗਾ ਕੇ ਤੁਸੀਂ ਘਰ ਦੇ ਵਿੱਚ ਦੂਸਰਿਆਂ ਨੂੰ ਸਮਝਾ ਸਕਦੇ ਹੋ, ਛੋਟੇ ਬੱਚਿਆਂ ਨੂੰ ਸਮਝਾ ਸਕਦੇ ਹੋ ਕਿ ਕਿਵੇਂ, ਜਿਵੇਂ ਅਸੀਂ ਛੂਹਦੇ ਹਾਂ ਪਾਊਡਰ ਨੂੰ ਦੂਸਰੇ ਬੱਚੇ ਨੂੰ ਜਾਂ ਦੂਸਰੇ ਇਨਸਾਨ ਨੂੰ, ਤਾਂ ਉਹ ਸਮਝੋ ਕਿ ਕੀਟਾਣੂ ਨੇ, ਇੱਕ ਮੰਨ ਲਈਏ, ਤਾਂ ਦੇਖੋ ਕਿਵੇਂ ਕੀਟਾਣੂ ਅੱਗੇ ਫੈਲਦੇ ਚਲੇ ਜਾਂਦੇ ਨੇ। ਤੁਸੀਂ ਆਪਣੇ ਛੋਟੇ ਕਿਸੇ ਭੈਣ ਭਰਾ ਨੂੰ ਛੂਹੋਗੇ, ਉਹ ਅੱਗੇ ਕਿਸੇ ਹੋਰ ਬੱਚੇ ਨੂੰ ਛੂਹੇਗਾ, ਇਸੇ ਤਰ੍ਹਾਂ ਹੀ ਕੀਟਾਣੂ ਜਿਹੜੇ ਲਗਾਤਾਰ ਫੈਲਦੇ ਨੇ। ਹੋਰ ਇਹਦੇ ਵਿੱਚ ਕੋਈ ਹੋਰ ਜ਼ਿਆਦਾ ਗੱਲ ਨਹੀਂ ਹੈ। ਸੋ ਕੀਟਾਣੂ ਚੱਕਰ ਤੋੜਨ ਵਾਸਤੇ ਆਪਾਂ ਨੂੰ ਬੇਟਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਜਿੱਥੇ ਅਸੀਂ ਆਪਣੀ ਸਫਾਈ ਰੱਖੀਏ, ਹੱਥਾਂ ਨੂੰ ਬਾਰ-ਬਾਰ ਧੋਈਏ, ਉੱਥੇ ਨਾਲ ਦੀ ਨਾਲ ਹੀ ਅਸੀਂ ਆਪਣੇ ਨਾਲ ਬੈਠੇ ਆਪਣੇ ਛੋਟੇ ਵੱਡੇ ਭੈਣ ਭਰਾਵਾਂ ਨੂੰ ਵੀ ਇਹ ਦੱਸੀਏ ਕਿ ਪਖਾਨਾ ਜਾਣ ਤੋਂ ਬਾਅਦ ਜਾਂ ਕੋਈ ਵੀ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਧੋਣਾ ਜਿਹੜਾ ਹੈ ਬਹੁਤ ਜ਼ਰੂਰੀ ਹੈ। ਇਸੇ ਨੂੰ ਆਪਾਂ ਕੀਟਾਣੂ ਦਾ ਚੱਕਰ ਤੋੜਨ ਦੀ ਵਿਧੀ ਕਹਿੰਦੇ ਹਾਂ। ਹੁਣ ਬੇਟਾ ਕਿਰਿਆ 2 ਹੈ, ਜਿਹਦੇ ਵਿੱਚ ਤੁਸੀਂ ਸੂਚੀ ਬਣਾਉਣੀ ਹੈ ਉਹਨਾਂ ਸਥਾਨਾਂ ਦੀ ਜਿੱਥੇ ਸਫਾਈ ਦੀ ਲੋੜ ਹੈ। ਹੁਣ ਘਰ ਦੇ ਵਿੱਚ ਕੁਛ ਕੋਨੇ ਇਹੋ ਜਿਹੇ ਹੁੰਦੇ ਨੇ, ਕੁਛ ਜਗ੍ਹਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਜਿੱਥੇ ਸਫਾਈ ਦੀ ਲੋੜ ਹੁੰਦੀ ਹੈ, ਕੁਛ ਜਗ੍ਹਾ ਇਹੋ ਜਿਹੀ ਹੁੰਦੀਆਂ ਨੇ ਜਿੱਥੇ ਆਲਰੇਡੀ ਰੋਜ਼ ਸਫਾਈ ਹੁੰਦੀ ਹੈ। ਤੁਸੀਂ ਉਹ ਜਗ੍ਹਾ ਲੱਭਣੀਆਂ ਨੇ ਜਿੱਥੇ ਸਫਾਈ ਨਹੀਂ ਹੁੰਦੀ। ਇਸ ਤੋਂ ਬਾਅਦ ਤੁਸੀਂ ਢੰਗ ਵੀ ਦੱਸਣੇ ਨੇ ਕਿ ਆਪਾਂ ਕਿਵੇਂ ਸਫਾਈ ਰੱਖ ਸਕਦੇ ਹਾਂ। ਬਹੁਤ ਆਸਾਨ ਹੈ, ਤੁਸੀਂ ਇਸ ਚਾਰਟ ਦੇ ਵਿੱਚ ਉਸ ਨੂੰ ਭਰ ਸਕਦੇ ਹੋ। ਬਹੁਤ ਹੀ ਆਸਾਨ ਵਿਧੀ ਹੈ ਕਿ ਸਭ ਤੋਂ ਵੱਧ ਸਫਾਈ ਦੀ ਕਿੱਥੇ ਲੋੜ ਹੈ, ਕਿਹੜਾ ਕੋਨਾ ਹੈ, ਕਿਹੜੀ ਜਗ੍ਹਾ ਹੈ,
ਉਹ ਬਾਹਰ ਵੀ ਹੋ ਸਕਦੀ ਹੈ, ਮੁਹੱਲੇ ਵਿੱਚ ਵੀ ਹੋ ਸਕਦੀ ਹੈ, ਪਿੰਡ ਵਿੱਚ ਵੀ ਹੋ ਸਕਦੀ ਹੈ, ਘਰ ਵਿੱਚ ਵੀ ਹੋ ਸਕਦੀ ਹੈ। ਔਰ ਉਸ ਨੂੰ ਸਾਫ਼ ਕਰਨ ਦੇ ਢੰਗ ਜਿਹੜੇ ਨੇ ਉਹ ਸੁਝਾ ਸਕਦੇ ਹੋ ਕਿ ਕਿਵੇਂ ਸਾਫ਼ ਹੋ ਸਕਦੇ ਨੇ। ਅੱਗੇ ਹੈ ਬੇਟਾ ਨਿੱਜੀ ਸਫਾਈ ਵਿੱਚ ਕੀ ਸ਼ਾਮਲ ਹੁੰਦਾ ਹੈ। ਨਿੱਜੀ ਦਾ ਮਤਲਬ ਹੁੰਦਾ ਹੈ ਤੁਹਾਡੇ ਆਪਣੇ ਨਾਲ ਸੰਬੰਧਿਤ। ਜਿਵੇਂ ਮੈਂ ਨਿੱਜੀ ਦੀ ਗੱਲ ਕਰਾਂ ਤਾਂ ਮੇਰੇ ਆਪਣੇ ਨਾਲ ਸੰਬੰਧਿਤ। ਨਿੱਜੀ ਦਾ ਮਤਲਬ ਆਪਣੇ ਨਾਲ, ਕੋਈ ਹੋਰ ਉਹਦੇ ਵਿੱਚ ਸ਼ਾਮਲ ਨਾ ਹੋਵੇ, ਨਿੱਜ ਹੋਵੇ, ਆਪਣਾ ਆਪ ਹੋਵੇ। ਤਾਂ ਨਿੱਜੀ ਸਫਾਈ ਵਿੱਚ ਕੀ ਸ਼ਾਮਲ ਹੈ ਬੱਚਿਓ, ਇਹ ਦੱਸਣ ਦੀ ਮੇਰੇ ਖਿਆਲ ਤੁਹਾਨੂੰ ਲੋੜ ਨਹੀਂ, ਕਿਉਂਕਿ ਨਿੱਜੀ ਸਫਾਈ ਦੇ ਵਿੱਚ ਅਸੀਂ ਖੁਦ ਆ ਜਾਂਦੇ ਹਾਂ, ਜਿਹਦੇ ਵਿੱਚ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਹਰ ਚੀਜ਼ ਦੀ ਸਫਾਈ ਹੈ। ਮੰਨਦੇ ਹਾਂ ਕਿ ਸਫਾਈ ਜ਼ਰੂਰੀ ਹੈ, ਲੇਕਿਨ ਜਾਣਕਾਰੀ ਹੋਣਾ ਵੀ ਜ਼ਰੂਰੀ ਹੈ। ਜਿਵੇਂ ਵਾਲਾਂ ਨੂੰ ਕੰਘੀ ਕਰਨਾ, ਧੋਣਾ, ਉਸ ਤੋਂ ਬਾਅਦ ਚੰਗੀ ਕਿਸਮ ਦਾ ਉਹਦੇ ਉੱਤੇ ਆਇਲਿੰਗ ਕਰਨੀ, ਤੇਲ ਦੇਣਾ, ਵਾਲਾਂ ਨੂੰ ਨਰਮ ਰੱਖਣਾ, ਕੰਘੀ ਲਗਾਤਾਰ ਕਰਦੇ ਰਹਿਣਾ ਤਾਂ ਕਿ ਜੂੰ ਜਾਂ ਗੰਦੇ ਵਾਲ, ਸਿੱਕਰੀ ਵਗੈਰਾ ਨਾ ਹੋਵੇ। ਉਸ ਤੋਂ ਬਾਅਦ ਕੰਨਾਂ ਦੀ ਸਫਾਈ ਹੈ। ਕੰਨਾਂ ਦੀ ਸਫਾਈ ਵਾਸਤੇ ਬਰਡਸ ਵਰਤਣੇ ਨੇ, ਉਂਗਲਾਂ ਜਾਂ ਤਿੱਖੀ ਚੀਜ਼ ਨਹੀਂ ਮਾਰਨੀ। ਅੱਖਾਂ ਦੀ ਸਫਾਈ, ਛੱਟੇ ਮਾਰ ਕੇ ਅੱਖਾਂ ਸਾਫ਼ ਕਰਨੀਆਂ ਨੇ, ਕੋਸ਼ਿਸ਼ ਕਰਨੀ ਹੈ ਕਿ ਅੱਖਾਂ ਵਿੱਚ ਸਾਬਣ ਨਾ ਜਾਵੇ। ਨੱਕ ਦੀ ਸਫਾਈ ਸਮੇਂ ਸਮੇਂ 'ਤੇ ਪਾਣੀ ਨਾਲ ਕਰਨੀ ਹੈ, ਉਂਗਲਾਂ ਨਹੀਂ ਮਾਰਨੀਆਂ। ਪਾਣੀ ਨੂੰ ਥੋੜ੍ਹਾ ਜਿਹਾ ਅੰਦਰ ਇਨਹੇਲ ਕਰਕੇ ਤੁਸੀਂ ਇੱਕ ਨੱਕ ਬੰਦ ਕਰਕੇ ਦੂਸਰਾ ਨੱਕ ਬੰਦ ਕਰਕੇ ਪਹਿਲਾਂ, ਇਸ ਤਰ੍ਹਾਂ ਤੁਸੀਂ ਨੱਕ ਦੀ ਸਫਾਈ ਕਰ ਸਕਦੇ ਹੋ। ਉਸ ਤੋਂ ਬਾਅਦ ਦੰਦਾਂ ਦੀ ਸਫਾਈ, ਜਿਵੇਂ ਅਸੀਂ ਪਹਿਲਾਂ ਉੱਪਰ ਪੜ੍ਹ ਆਏ ਹਾਂ ਕਿ ਦੰਦਾਂ ਦੀ ਸਫਾਈ ਬਹੁਤ ਜ਼ਰੂਰੀ ਹੈ। ਉਹ ਕਿਵੇਂ ਕਰਨੀ ਹੈ ਅਤੇ ਕੀ ਸਾਵਧਾਨੀਆਂ ਨੇ, ਉਹ ਤੁਹਾਨੂੰ ਮੈਂ ਉੱਪਰ ਦੱਸ ਕੇ ਆਇਆ। ਉਸ ਤੋਂ ਬਾਅਦ ਸਾਡੇ ਸਰੀਰ ਦੀ ਸਫਾਈ ਹੈ, ਚਮੜੀ ਦੀ। ਆਪਾਂ ਨਹਾਉਣਾ ਹੈ ਚੰਗੀ ਸਾਬਣ ਨਾਲ, ਔਰ ਸਾਬਣ ਨੂੰ ਵੀ ਚੰਗੀ ਤਰ੍ਹਾਂ ਲਾਉਣਾ ਹੈ, ਕਿਉਂਕਿ ਸਾਬਣ ਵੀ ਸਕਿਨ ਉੱਪਰ ਰਹਿ ਜਾਵੇ ਤਾਂ ਕਾਫੀ ਸਕਿਨ ਨੂੰ ਡਰਾਈ ਕਰ ਦਿੰਦਾ ਹੈ, ਖੁਸ਼ਕ ਕਰ ਦਿੰਦਾ ਹੈ। ਔਰ ਪੈਰਾਂ ਦੇ ਅਤੇ ਨਹੁੰਆਂ ਦੀ ਸਫਾਈ, ਜਿਹੜੀ ਕਿ ਅਹਿਮ ਅਤੇ ਬੜੀ ਇੰਪੋਰਟੈਂਟ ਗੱਲ ਹੈ, ਉਹ ਨਹੀਂ ਭੁੱਲਣੀ। ਸਮੇਂ ਸਮੇਂ 'ਤੇ ਨਹੁੰਆਂ ਨੂੰ ਕੱਟਣਾ ਹੈ, ਪੈਰਾਂ ਦੇ ਨਹੁੰਆਂ ਨੂੰ ਵੀ ਕੱਟਣਾ ਹੈ, ਔਰ ਹੱਥਾਂ ਦੇ ਨਹੁੰਆਂ ਨੂੰ ਵੀ ਕੱਟਣਾ ਹੈ। ਇਹ ਸਾਰੀ ਸਫਾਈ ਜਿਹੜੀ ਹੈ ਇਹ ਜ਼ਰੂਰੀ ਹੈ। ਇਹ ਨਿੱਜ ਦੀ ਸਫਾਈ ਹੈ, ਆਪਣੇ ਆਪ ਦੀ ਸਫਾਈ ਹੈ। ਜਿਵੇਂ ਉਹਨਾਂ ਨੇ ਪੁੱਛਿਆ ਕਿ ਨਿੱਜੀ ਸਫਾਈ ਵਿੱਚ ਕੀ ਸ਼ਾਮਲ ਹੈ, ਇਹ ਸਾਰਾ ਕੁਛ ਉਹਦੇ ਵਿੱਚ ਸ਼ਾਮਲ ਹੈ ਜਿਹੜਾ ਮੈਂ ਹੁਣੇ ਤੁਹਾਨੂੰ ਦੱਸਿਆ। ਉਸ ਤੋਂ ਅੱਗੇ ਹੈ ਮੈਂ ਸਫਾਈ ਹਾਂ। ਮੈਂ ਹਰ ਥਾਂ ਰਹਿਣਾ ਚਾਹੁੰਦੀ ਹਾਂ, ਪਰ ਮੈਂ ਉੱਥੇ ਹੀ ਰਹਾਂਗੀ ਜਿੱਥੇ ਤੁਸੀਂ ਮੈਨੂੰ ਰੱਖਣਾ ਚਾਹੋਗੇ। ਤੁਸੀਂ ਮੈਨੂੰ ਕਿਹੜੇ ਥਾਵਾਂ 'ਤੇ ਰੱਖਣਾ ਚਾਹੋਗੇ, ਅੱਜ ਦੱਸੋ। ਉਹਨਾਂ ਥਾਵਾਂ ਵਿੱਚ ਮੈਂ ਕਿੱਥੇ ਹਾਂ ਅਤੇ ਕਿੱਥੇ ਨਹੀਂ ਹਾਂ। ਇਹ ਸਾਰਾ ਕੁਛ ਮੈਂ ਉੱਪਰ ਤੁਹਾਨੂੰ ਦੱਸ ਕੇ ਆਇਆ। ਤੁਸੀਂ ਇਸ ਖਾਨੇ ਵਿੱਚ ਭਰ ਕੇ ਉਸ ਨੂੰ ਲਿਖ ਸਕਦੇ ਹੋ। ਬਹੁਤ ਹੀ ਆਸਾਨ ਹੈ। ਅੱਗੇ ਹੈ ਬੇਟਾ ਗਲਤ ਸਹੀ ਜਿਹੜੇ ਅਸੀਂ ਭਰਨੇ ਨੇ, ਬੜੇ ਆਸਾਨ ਨੇ ਵੀ। ਸਫਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਆਪਾਂ ਪਿਛਲੇ 10-15 ਮਿੰਟ ਤੋਂ ਉੱਪਰ ਪੜ੍ਹ ਕੇ ਆ ਰਹੇ ਹਾਂ ਕਿ ਸਫਾਈ ਰੱਖਣਾ ਸਾਡੀ ਖੁਦ ਦੀ ਨਿੱਜ ਦੀ ਜ਼ਿੰਮੇਵਾਰੀ ਹੈ। ਇਸ ਕਰਕੇ ਗਲਤ ਹੈ, ਕਿਉਂਕਿ ਸਫਾਈ ਜਿਹੜੀ ਹੈ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਸਫਾਈ ਕਰਨ ਨਾਲੋਂ ਸਫਾਈ ਰੱਖਣਾ ਸੌਖਾ ਹੈ। ਦੇਖੋ ਕਿਵੇਂ ਕਨਫਿਊਜ਼ਨ ਕੁਐਸਚਨ ਹੈ। ਉਹਨਾਂ ਪੁੱਛਿਆ ਕਿ ਸਫਾਈ ਕਰਨ ਨਾਲੋਂ, ਹੁਣ ਦੇਖੋ ਸਫਾਈ ਕਰਨ ਨਾਲੋਂ ਸਫਾਈ ਰੱਖਣਾ ਇਹ ਦੋ ਗੱਲਾਂ ਨਹੀਂ ਹਨ। ਸਫਾਈ ਰੱਖਣਾ ਅਤੇ ਸਫਾਈ ਕਰਨਾ ਇੱਕ ਗੱਲ ਹੀ ਹੈ। ਪਰ ਹਾਂ, ਇਹ ਸੋਚ ਲਈਏ ਕਿ ਸਫਾਈ ਰੱਖ ਲਈ ਹੈ, ਫਿਰ ਲੋੜ ਨਹੀਂ ਉਸ ਨੂੰ ਮਨ 'ਚ ਵਸਾ ਕੇ ਵੀ ਰੱਖਣਾ ਕਿ ਰੋਜ਼ ਸਫਾਈ ਕਰਨੀ ਹੈ। ਇਸ ਕਰਕੇ ਇਹ ਗਲਤ ਹੈ, ਕਿਉਂਕਿ ਸਫਾਈ ਕਰਨੀ ਆਪਣੇ ਥਾਂ ਇੱਕ ਵੱਖਰੀ ਚੀਜ਼ ਹੈ, ਸਫਾਈ ਰੱਖਣਾ ਇੱਕ ਅਲੱਗ ਚੀਜ਼ ਹੈ। ਤੁਸੀਂ ਸਫਾਈ ਮੰਨ ਕੇ ਵੀ ਚੱਲ ਸਕਦੇ ਹੋ ਕਿ ਮੈਂ ਸਫਾਈ ਰੱਖੀ ਹੈ, ਹੋ ਸਕਦਾ ਸਫਾਈ ਨਾ ਹੋਵੇ। ਸੋ ਪ੍ਰੋਪਰ ਅਤੇ ਤਕਨੀਕੀ ਤਰੀਕੇ ਦੇ ਨਾਲ ਸਫਾਈ ਕਰਨੀ ਹੈ, ਭਾਵੇਂ ਨਿੱਜ ਦੀ ਹੋਵੇ, ਭਾਵੇਂ ਆਲੇ ਦੁਆਲੇ ਦੀ ਹੋਵੇ। ਸਫਾਈ ਰੱਖਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ। ਬਿਲਕੁਲ ਸਹੀ ਗੱਲ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ, ਕਿਉਂਕਿ ਤੰਦਰੁਸਤੀ ਸਫਾਈ ਦਾ ਨਿਯਮ ਹੈ। ਸਫਾਈ ਦੀ ਦੂਸਰੀ ਪਰਤ ਹੈ, ਸਿੱਕੇ ਦਾ ਦੂਸਰਾ ਪਹਿਲੂ ਹੈ। ਤੰਦਰੁਸਤੀ ਅਤੇ ਸਫਾਈ ਦੋਵੇਂ ਸਿੱਕੇ ਦੇ ਦੋਵੇਂ ਪਹਿਲੂ ਨੇ।
अगर तंदुरुस्ती है तो समझो कि सफाई है, अगर सफाई नहीं तो तंदुरुस्ती नहीं होएगी। अगली वीडियो ਦੇ ਵਿੱਚ ਬੇਟਾ ਅਸੀਂ ਸਮਝ ਪਰਖ ਜਿਹੜੀ ਆ ਉਹ ਕਰਾਂਗੇ। ਇਹ ਵੀਡੀਓ ਇੱਥੋਂ ਤੱਕ ਹੀ। ਆਸ ਹੈ ਕਿ ਸਾਰੇ ਬੱਚਿਆਂ ਨੂੰ ਵੀਡੀਓ ਪਸੰਦ ਆਈ ਹੋਏਗੀ। ਵੀਡੀਓ ਨੂੰ 2 ਤੋਂ 3 ਵਾਰ ਦੇਖਿਓ। ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ, ਆਪਣੀ ਕਲਾਸ ਦੇ ਬੱਚਿਆਂ ਨੂੰ, ਰਿਸ਼ਤੇਦਾਰਾਂ ਦੇ ਵਿੱਚ 5ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਹਰ ਬੱਚਾ ਜਿਹੜਾ ਹੈ ਆਪਣੇ ਸਿਲੇਬਸ ਨਾਲ ਜੁੜ ਸਕੇ। ਅਧਿਆਪਕ ਸਾਥੀਆਂ ਨੂੰ ਵੀ ਬੇਨਤੀ ਹੈ ਜੀ, ਕਿਰਪਾ ਕਰਕੇ ਹਰ ਬੱਚੇ ਤੱਕ ਵੀਡੀਓ ਜ਼ਰੂਰ ਪਹੁੰਚਾਇਓ ਜੀ, ਬੱਚਿਆਂ ਨੂੰ ਸਮਝ ਪਵੇ, ਬੱਚੇ ਪੜ੍ਹਦੇ ਰਹਿਣ। ਸੋ ਬੱਚਿਓ, ਆਪਣਾ ਖਿਆਲ ਰੱਖਿਓ। ਆਪਣੇ ਤੋਂ ਜ਼ਿਆਦਾ ਆਪਣੇ ਮਾਤਾ ਪਿਤਾ ਦਾ ਅਤੇ ਛੋਟੇ ਭੈਣ ਭਰਾਵਾਂ ਦਾ ਖਿਆਲ ਰੱਖਿਓ। ਕਰੋਨਾ ਵਾਇਰਸ ਚੱਲਦਿਆਂ ਘਰਾਂ 'ਚ ਹੀ ਰਹਿਣਾ ਹੈ, ਘਰਾਂ 'ਚ ਬੈਠ ਕੇ ਪੜ੍ਹਾਈ ਕਰਨੀ ਹੈ, ਹਦਾਇਤਾਂ ਦੀ ਪਾਲਣਾ ਕਰਨੀ ਹੈ। ਅਗਲੀ ਵੀਡੀਓ 'ਚ ਕਿਸੇ ਹੋਰ ਵਿਸ਼ੇ ਦੇ ਨਾਲ ਫਿਰ ਮੁਲਾਕਾਤ ਹੋਵੇਗੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।